प्यारे विद्यार्थियों, ਕੰਪਲੈਕਸ ਨੰਬਰ ਦਾ ਮੈਂ ਪਾਰਟ 2 ਲੈ ਕੇ ਆਇਆ ਹਾਂ। ਤੁਸੀਂ ਜਿਸ YouTube ਚੈਨਲ ਤੋਂ ਇਹ ਵੀਡੀਓ ਦੇਖ ਰਹੇ ਹੋ, ਮੇਰੀ ਇਹ ਤੁਹਾਡੇ ਸਭ ਨੂੰ ਇਲਤਜਾ ਹੈ, ਇਹ ਬੇਨਤੀ ਹੈ ਕਿ ਉਸ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬਿਲਕੁਲ ਰਾਈਟ ਹੈਂਡ 'ਤੇ ਇੱਕ ਬੈਲ ਦਾ ਆਈਕਨ ਬਣਿਆ ਹੋਊਗਾ। ਪਹਿਲਾਂ ਸਬਸਕ੍ਰਾਈਬ ਕਰਨਾ, ਇੱਕ ਬੈਲ ਆਈਕਨ ਬਣਿਆ ਉਹ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਹੁਣ ਜਦੋਂ ਆਪਾਂ ਕੰਪਲੈਕਸ ਨੰਬਰ ਦੀ ਗੱਲ ਆਪਾਂ ਪਿਛਲੀ ਵੀਡੀਓ 'ਚ ਕੀਤੀ ਸੀ, ਆਪਾਂ ਇਹ ਕੀਤੀ ਸੀ ਕਿ ਇਮੇਜਰੀ ਨੰਬਰ ਕੀ ਹੁੰਦਾ। ਇਮੇਜਨਰੀ ਨੰਬਰ ਯਾਨੀ ਕਿ ਕਾਲਪਨਿਕ ਨੰਬਰ, ਯਾਨੀ ਕਿ ਆਈਟਾ ਇੱਕ ਇਮੇਜਰੀ ਨੰਬਰ ਪੜ੍ਹਿਆ ਸੀ ਆਪਾਂ। ਆਈਟਾ ਕੀ ਸੀ ਮੈਂ ਦੁਬਾਰਾ ਦੱਸ ਦਿੰਦਾ ਕਿ ਅੰਡਰਰੂਟ -1 ਕੀ ਹੁੰਦਾ, ਆਈਟਾ ਹੁੰਦਾ। ਸਿਮਿਲਰਲੀ ਅੰਡਰਰੂਟ -4 ਕੀ ਸੀਗਾ, 2 ਆਈਟਾ। ਇਹ ਸਾਰੀਆਂ ਗੱਲਾਂ ਪੜ੍ਹੀਆਂ ਸੀ। ਇਸ ਤੋਂ ਇਲਾਵਾ ਆਪਾਂ ਦੋ ਗੱਲਾਂ ਹੋਰ ਪੜ੍ਹੀਆਂ ਸੀਗੀਆਂ ਕਿ ਆਈਟਾ ਸਕੇਅਰ ਉਹ -1 ਹੁੰਦਾ, ਆਈਟਾ ਕਿਊਬ ਮਾਈਨਸ ਦਾ ਆਈਟਾ ਹੁੰਦਾ, ਆਈਟਾ ਰੇਜ਼ ਟੂ ਪਾਵਰ 4 1 ਹੁੰਦਾ। ਇਹ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ। ਪਰ ਆਪਾਂ ਸਿਰਫ ਇਮੇਜਨਰੀ ਨੰਬਰ ਪੜ੍ਹਿਆ। ਐਕਚੁਅਲੀ ਜਿਹੜੀ ਚੀਜ਼ ਆਪਾਂ ਇਸ ਚੈਪਟਰ 'ਚ ਪੜ੍ਹਨੀ ਹੈ ਉਹ ਕੀ ਹੈ, ਕੰਪਲੈਕਸ ਨੰਬਰ ਹੈ। ਅਤੇ ਕੰਪਲੈਕਸ ਨੰਬਰ ਹੁੰਦਾ ਕੀ ਹੈ? ਕੰਪਲੈਕਸ ਜਿਹੜਾ ਵਰਡ ਹੈ, ਜੇ ਆਪਾਂ ਅੰਗਰੇਜ਼ੀ ਭਾਸ਼ਾ ਦੇ ਐਂਗਲ ਤੋਂ ਦੇਖੀਏ, ਇਹਦਾ ਮਤਲਬ ਹੁੰਦਾ ਗੁੰਝਲਦਾਰ। ਇਹ ਸਿੰਪਲ ਨਹੀਂ, ਥੋੜ੍ਹੀ ਗੁੰਝਲ ਹੈ। ਗੁੰਝਲਾਂ ਕੀ ਨੇ? ਇਹ 'ਚ ਦੋ ਗੁੰਝਲਾਂ ਨੇ। ਉਹ ਗੁੰਝਲਾਂ ਕਿਹੋ ਜਿਹੀਆਂ ਹੋਣਗੀਆਂ, ਉਹ ਡੈਫੀਨੇਸ਼ਨ ਤੋਂ ਕਲੀਅਰ ਹੋ ਜਾਣਗੀਆਂ। ਆ ਨੰਬਰ ਆਫ ਦਾ ਫਾਰਮ x ਪਲੱਸ ਆਈਟਾ y, ਇਹੋ ਜਿਹਾ ਨੰਬਰ। ਕਿਹੋ ਜਿਹਾ ਨੰਬਰ? x ਪਲੱਸ ਆਈਟਾ। ਆਈਟਾ ਕੀ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ, y, ਵੇਅਰ x ਐਂਡ y ਆਰ ਰੀਅਲ ਨੰਬਰਸ। ਜਿੱਥੇ x ਤੇ y ਕੀ ਨੇ, ਰੀਅਲ ਨੰਬਰ ਨੇ। ਰੀਅਲ ਨੰਬਰ ਕਿਹੋ ਜਿਹੇ ਹੋ ਸਕਦੇ ਨੇ? ਰੀਅਲ ਨੰਬਰ ਕਿਸੇ ਤਰੀਕੇ ਦੇ ਵੀ ਹੋ ਸਕਦੇ ਨੇ। ਅਤੇ ਜਿਵੇਂ ਕਿ 0.4 ਵੀ ਇੱਕ ਰੀਅਲ ਨੰਬਰ ਹੈ, -√3 ਵੀ ਇੱਕ ਰੀਅਲ ਨੰਬਰ ਹੈ, 1/2 ਵੀ ਇੱਕ ਰੀਅਲ ਨੰਬਰ ਹੈ, -3/9 ਵੀ ਇੱਕ ਰੀਅਲ ਨੰਬਰ ਹੈ, 7 ਵੀ ਇੱਕ ਰੀਅਲ ਨੰਬਰ ਹੈ, 0 ਵੀ ਇੱਕ ਰੀਅਲ ਨੰਬਰ ਹੈ। ਨੰਬਰ ਸਿਸਟਮ ਤੁਸੀਂ ਸਾਰਾ ਪੜ੍ਹਿਆ ਹੋਇਆ। ਕੋਈ ਵੀ ਰੀਅਲ ਨੰਬਰ ਪਹਿਲਾਂ ਇੱਕ ਰੀਅਲ ਨੰਬਰ ਹੋਵੇ ਪਲੱਸ ਕੋਈ ਦੂਜਾ ਰੀਅਲ ਨੰਬਰ ਹੋਵੇ ਜਿਹਦੇ ਨਾਲ ਕਿ ਆਈਟਾ ਯਾਨੀ ਕਿ ਇਮੇਜਰੀ ਨੰਬਰ ਲੱਗਿਆ ਹੋਵੇ, ਉਹੋ ਜਿਹੇ ਨੰਬਰ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਕੰਪਲੈਕਸ ਨੰਬਰ ਕਹਿ ਦਿੰਦੇ ਹਾਂ। ਹੁਣ ਜਿਹੜਾ ਆਪਾਂ x ਪਲੱਸ ਆਈਟਾ y ਪੜ੍ਹਿਆ ਹੈ, ਪਹਿਲਾਂ ਇਹਦੀ ਐਗਜ਼ਾਮਪਲ ਲੈ ਲਓ। ਜਿਵੇਂ ਇੱਕ ਜਮੀ ਸਿੰਪਲ ਐਗਜ਼ਾਮਪਲ ਲੈ ਲੈਣਾ ਮੈਂ, 3 + 4 ਆਈਟਾ। 3 + 4 ਆਈਟਾ। 3 ਇੱਕ ਰੀਅਲ ਨੰਬਰ ਹੈ ਯਾਨੀ ਕਿ ਇਹ x ਹੈ, 4 ਇੱਕ ਰੀਅਲ ਨੰਬਰ ਹੈ ਯਾਨੀ ਕਿ ਇਹ y ਹੈ, ਨਾਲ ਲੱਗਿਆ ਆਈਟਾ। ਤਾਂ ਕਿਹੜਾ ਕਿਹੋ ਜਿਹਾ ਨੰਬਰ ਬਣ ਗਿਆ? x ਪਲੱਸ ਆਈਟਾ y ਵਰਗਾ ਇਹ ਨੰਬਰ ਬਣ ਗਿਆ ਕਿ ਨਹੀਂ ਬਣ ਗਿਆ? ਬਣ ਗਿਆ। ਤਾਂ ਇਹੋ ਜਿਹੇ ਨੰਬਰ ਨੂੰ ਕੀ ਕਹਿੰਦੇ ਆਪਾਂ? ਕੰਪਲੈਕਸ ਨੰਬਰ ਕਹਿ ਦਿੰਦੇ। ਹੁਣ ਇਹਦੇ ਵਿੱਚ ਕੁਝ ਕੁ ਜਿਹੜੀਆਂ ਗੱਲਾਂ ਜ਼ਰੂਰੀ ਨੇ ਸਮਝਣੀਆਂ। ਆਪਾਂ ਨੰਬਰ ਸਿਸਟਮ ਪੜ੍ਹਿਆ ਹੋਇਆ, 1 2 3 4 5, ਇਹ ਸਾਰੇ ਕਿਹੜੇ ਹੁੰਦੇ ਆ? ਨੈਚੁਰਲ ਨੰਬਰ ਹੁੰਦੇ ਆ। ਇਹਦੇ ਵਿੱਚ 0 ਵੀ ਆਪਾਂ ਐਡ ਕਰ ਦਈਏ, ਉਹ ਕੀ ਹੁੰਦੇ ਆ? ਹੋਲ ਨੰਬਰ ਹੁੰਦੇ ਆ। ਤਾਂ ਮਤਲਬ ਨੈਚੁਰਲ ਨੰਬਰ ਦੇ ਵਿੱਚ ਹੀ ਹੋਲ ਨੰਬਰ ਦੇ ਵਿੱਚ ਹੀ ਕਿਤੇ ਨੈਚੁਰਲ ਨੰਬਰ ਪਏ। ਆਹ ਸਾਰੇ ਹੋਲ ਇਹਦੇ ਵਿੱਚ ਹੀ ਕਿ ਪਏ ਨੇ, ਨੈਚੁਰਲ ਪਏ ਨੇ। ਇਹਦੇ ਵਿੱਚ ਆਪਾਂ ਨੈਗੇਟਿਵ ਐਡ ਕਰ ਦਈਏ ਐਂਡ ਸੋ ਔਨ, ਤਾਂ ਕੀ ਬਣ ਜਾਂਦਾ? ਇੰਟੀਜ਼ਰ, ਜਿਹਨੂੰ ਆਪਾਂ Z ਨਾਲ ਲਿਖ ਦਿੰਦੇ ਹਾਂ। ਤਾਂ ਜਿਹੜੇ ਨੈਚੁਰਲ ਵੀ ਅਤੇ ਹੋਲ ਵੀ ਕਿਹਦੇ ਵਿੱਚ ਪਏ ਨੇ? ਇੰਟੀਜ਼ਰ ਦੇ ਵਿੱਚ ਪਏ ਨੇ। ਇੰਟੀਜ਼ਰ ਤੋਂ ਬਾਅਦ ਇਹਦੇ ਵਿੱਚ ਕਿਤੇ ਨਾ ਕਿਤੇ ਰੈਸ਼ਨਲ ਪਏ ਹੁੰਦੇ ਨੇ। ਰੈਸ਼ਨਲ ਕਿਹੜੇ ਹੈ? ਜਿਹਨੂੰ P/Q ਦੀ ਫਾਰਮ 'ਚ ਲਿਖ ਦਈਏ, ਅਤੇ P ਅਤੇ Q ਕੀ ਹੁੰਦੇ? ਇੰਟੀਜ਼ਰਸ ਹੁੰਦੇ ਆ। ਅਤੇ Q ਨਾਟ ਇਕੁਅਲ ਟੂ ਕੀ ਹੁੰਦਾ? 0 ਹੁੰਦਾ। P ਵੀ ਇੱਕ ਇੰਟੀਜ਼ਰ ਹੈ। ਇੰਟੀਜ਼ਰ ਜਿਹੜੇ ਆਹ ਨੇ, Q ਵੀ ਇੱਕ ਇੰਟੀਜ਼ਰ ਹੈ। Q 0 ਦੇ ਬਰਾਬਰ ਨਾ ਹੋਵੇ ਉਹਨੂੰ ਰੈਸ਼ਨਲ ਨੰਬਰ ਕਹਿੰਦੇ ਆ। ਰੈਸ਼ਨਲ ਨੰਬਰ ਵੀ ਇਹਨਾਂ ਦੇ ਵਿੱਚ ਕਿਤੇ ਪਏ ਹੁੰਦੇ ਆ, ਦੱਸਿਆ ਹੋਇਆ ਹੈ ਪਹਿਲਾਂ। ਜੇ ਤੁਸੀਂ 6th ਔਨਵਰਡਸ ਨੰਬਰ ਸਿਸਟਮ ਪੜ੍ਹਦੇ ਹੋਗੇ ਤਾਂ ਸਾਰੀਆਂ ਗੱਲਾਂ ਸਮਝ ਆਉਂਦੀਆਂ ਹੋਣਗੀਆਂ। ਤਾਂ ਜਿਹੜੇ ਤੁਹਾਡੇ ਇੰਟੀਜ਼ਰ ਹੈ ਉਹ ਅੱਗੇ ਕਿਹਦੇ ਵਿੱਚ ਪੈਂਦੇ ਆ? ਰੈਸ਼ਨਲ ਨੰਬਰ ਦੇ। ਕਿਉਂਕਿ ਰੈਸ਼ਨਲ ਨੈਚੁਰਲ ਵੀ ਰੈਸ਼ਨਲ ਹੋ ਸਕਦਾ ਹੈ, ਕਿਉਂਕਿ 2 ਹੈ, ਇਹਨੂੰ 2/1 ਲਿਖ ਸਕਦੇ ਹਾਂ। ਹੋਲ ਵੀ ਰੈਸ਼ਨਲ ਹੋ ਸਕਦਾ, ਇੰਟੀਜ਼ਰ ਵੀ ਰੈਸ਼ਨਲ ਹੋ ਸਕਦਾ। ਸਾਰੇ ਇਹ ਕਿਹਦੇ ਵਿੱਚ ਪਏ ਨੇ? ਰੈਸ਼ਨਲ ਨੰਬਰ ਦੇ ਵਿੱਚ ਪਏ ਨੇ। ਰੈਸ਼ਨਲ ਨੰਬਰ ਅੱਗੇ ਕਿਹਦੇ ਵਿੱਚ ਪਏ ਨੇ? ਰੀਅਲ ਦੇ।
ਤੇ ਇਸ ਰੀਅਲ ਦੇ ਵਿੱਚ ਕਿਤੇ ਨਾ ਕਿਤੇ ਇਰੈਸ਼ਨਲ ਵੀ ਪਏ ਨੇ। ਉਹ ਤੁਹਾਨੂੰ ਦੱਸਿਆ ਕਿ ਰੈਸ਼ਨਲ ਇੱਕ ਇਰੈਸ਼ਨਲ, ਦੋ ਹਿੱਸੇ ਆਪਾਂ ਰੀਅਲ ਦੇ ਕਰ ਸਕਦੇ ਹਾਂ, ਪਰ ਇਰੈਸ਼ਨਲ ਦੇ ਵਿੱਚ ਨੈਚੁਰਲ ਹੋਰੇ ਨਹੀਂ ਪਏ ਨਾ, ਤਾਂ ਕਰਕੇ ਇਹ ਅਲੱਗ ਪਾਰਟ ਹੈ। ਰੀਅਲ ਨੰਬਰ ਅੱਗੇ ਕਿਹਦੇ ਵਿੱਚ ਪਿਆ, ਇਹ ਅੱਜ ਦਾ ਕੁਐਸਚਨ ਹੈ। ਉਹ ਅੱਗੇ ਕੀ 'ਚ ਪਏ ਨੇ, ਕੰਪਲੈਕਸ 'ਚ ਪਏ ਨੇ। ਕੀ ਸੀ ਨੂੰ ਆਪਾਂ ਸੀ ਨਾਲ ਲਿਖ ਦਿੰਦੇ ਹਾਂ। ਕੰਪਲੈਕਸ ਨੰਬਰ ਦੇ ਵਿੱਚ ਕੀ ਪਏ ਨੇ, ਰੀਅਲ ਨੰਬਰ ਪਏ ਨੇ। ਨੈਚੁਰਲ ਨੰਬਰ ਇਜ਼ ਸਬਸੈਟ ਆਫ ਹੋਲ ਨੰਬਰ, whole number is subset of integers, integers is subset of rational number, rational number is subset of real number, and real number is subset of complex numbers। ਇਹ ਕਿਵੇਂ ਹੈ, ਸਬਸੈਟ ਕੀ ਹੁੰਦਾ ਹੈ, ਉਪ ਸਮੂਹ, ਸਮੂਹ ਦਾ ਹਿੱਸਾ। ਵੈਸੇ ਇਹ ਚੈਪਟਰ ਅੱਡ ਹੈ ਸੈਟ ਥਿਊਰੀ, ਪਰ ਉਪ ਸਮੂਹ ਕਿਸੇ ਸਮੂਹ ਦਾ ਹਿੱਸਾ ਹੈ। ਕੰਪਲੈਕਸ ਨੰਬਰ ਇੱਕ ਸਮੂਹ ਆ, ਉਹਦਾ ਇੱਕ ਛੋਟਾ ਹਿੱਸਾ ਰੀਅਲ ਨੰਬਰਸ ਹੈ। ਹੁਣ ਜਦੋਂ ਆਪਾਂ ਇੱਕ ਨੰਬਰ ਲਿਖਿਆ, ਮੰਨ ਲਓ ਮੈਂ ਨੰਬਰ ਲਿਖਿਆ 3 + 4 ਆਈਟਾ, ਇਹਦੇ ਦੋ ਹਿੱਸੇ ਨੇ, ਇੱਕ ਆਹ ਹਿੱਸਾ ਹੈ, ਇੱਕ ਆਹ ਹਿੱਸਾ ਹੈ। ਤਾਂ ਕਿਸੇ ਵੀ ਕੰਪਲੈਕਸ ਨੰਬਰ ਦੇ ਦੋ ਹਿੱਸੇ ਕੀਤੇ ਜਾ ਸਕਦੇ ਆ। ਫਿਰ ਆਪਾਂ ਇੱਥੇ ਦੁਬਾਰਾ ਇਸੇ ਗੱਲ ਤੇ ਆਵਾਂਗੇ, ਇੱਕ ਰੀਅਲ ਪਾਰਟ, ਇੱਕ ਇਮੇਜਨਰੀ ਪਾਰਟ। ਰੀਅਲ ਪਾਰਟ ਇਹਦਾ ਕਿੰਨਾ ਹੈ, 3। ਇਮੇਜਨਰੀ ਪਾਰਟ ਕਿੰਨਾ, 4। 4 ਨਹੀਂ ਲਿਖਣਾ, 4 ਆਈਟਾ ਦਾ ਆਪਣੇ ਆਪ 'ਚ ਇਮੇਜਨਰੀ ਹੈ। ਇਹਦਾ ਪਾਰਟ ਕੀ ਹੈ, ਇਮੇਜਨਰੀ ਹਿੱਸਾ ਕੀ ਹੈ, 4 ਹੈ। 3 + 4 ਇਮੇਜਨਰੀ ਹੈ, ਨਾਲ ਲੱਗ ਗਿਆ ਆਈਟਾ। ਇਹ ਕੀ ਬਣ ਗਿਆ, ਇੱਕ ਕੰਪਲੈਕਸ ਨੰਬਰ ਬਣ ਗਿਆ। ਜਦੋਂ ਕਿਸੇ ਕੰਪਲੈਕਸ ਨੰਬਰ ਦੇ ਵਿੱਚ, ਅੱਛਾ ਜਿਹੜਾ ਇਹ ਵਾਈ ਹੈ, ਜਿਹੜਾ ਤੁਹਾਡਾ ਵਾਈ ਹੈ, ਆਪਾਂ ਇੱਕ ਇੰਟੀਜ਼ਰ ਲਿਆ, 0 ਵੀ ਇੱਕ ਇੰਟੀਜ਼ਰ ਹੁੰਦਾ ਨਾ। ਜੇ ਵਾਈ 0 ਹੋ ਜਾਏ, ਮੈਂ ਕਹਿੰਦਾ 3 + 0 ਆਈਟਾ, ਇੱਦਾਂ ਕਰਦਾ ਮੈਂ। ਆਹ ਜਿਹੜੀ 4 ਦੀ ਥਾਂ 'ਤੇ ਕੀ ਲੈ ਲਿਆ, ਮੈਂ 0 ਲੈ ਲਿਆ, ਕਿਉਂਕਿ ਐਕਸ ਲੈ ਲਿਆ 3, ਵਾਈ ਲੈ ਲਿਆ ਮੈਂ 0। ਹੁਣ ਐਕਸ + ਆਈਟਾ ਵਾਈ ਲੈ ਲਿਆ 0, ਤਾਂ 0 ਦੀ ਆਈਟਾ ਨਾਲ ਗੁਣਾ ਹੋ ਕੇ 0 ਜੋ ਕੀ ਰਹਿ ਗਿਆ, 3 ਰਹਿ ਗਿਆ। ਇਟ ਮੀਨਸ 3 ਵੀ ਕੀ ਇੱਕ ਕੰਪਲੈਕਸ ਨੰਬਰ ਹੈ, ਜਿਹਦਾ ਇਮੇਜਨਰੀ ਪਾਰਟ ਕੀ ਹੈ, 0 ਹੈ। ਮੈਂ ਤਾਂ ਹੀ ਤਾਂ ਕਿਹਾ ਸੀ ਕਿ ਸਾਰੇ ਰੀਅਲ ਨੰਬਰ ਵੀ ਕੀ ਹੁੰਦੇ ਆ, ਕੰਪਲੈਕਸ ਹੁੰਦੇ ਆ। ਕੋਈ ਵੀ ਨੰਬਰ ਲਿਖ ਲਓ, -3/5 ਹੈ, ਇੱਕ ਕੰਪਲੈਕਸ ਹੈਗਾ, ਹਾਂ ਹੈਗਾ। ਕਿਵੇਂ, -3/5 + 0 ਆਈਟਾ, ਇਮੇਜਨਰੀ ਪਾਰਟ 0 ਹੈ, ਇਮੇਜਨਰੀ ਪਾਰਟ ਹੈ ਨਹੀਂਗਾ, ਪਰ ਕੰਪਲੈਕਸ ਤਾਂ ਹੈਗਾ ਨਾ। ਤਾਂ ਜਿਹੜੇ ਇਹੋ ਜਿਹੇ ਨੰਬਰ, ਇਹੋ ਜਿਹੇ ਕੰਪਲੈਕਸ ਨੰਬਰ ਹੁੰਦੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਪਿਓਰਲੀ ਰੀਅਲ। ਉਹਨੂੰ ਕਹਿੰਦੇ ਆਪਾਂ ਪਿਓਰਲੀ ਰੀਅਲ, ਬਿਲਕੁਲ ਰੀਅਲ। ਇਮੇਜਨਰੀ ਪਾਰਟ 0 ਹੈ ਇਹਦਾ, ਅਤੇ ਕਈ ਵਾਰ ਰੀਅਲ ਪਾਰਟ ਵੀ 0 ਹੋ ਜਾਂਦਾ ਹੈ। ਜੇ ਐਕਸ 0 ਕਰ ਦਈਏ ਆਪਾਂ, ਵਾਈ ਨੂੰ ਇੱਦਾਂ ਲੈ ਲਈਏ, ਫਿਰ ਕੀ ਬਣ ਜੂਗਾ, 0 + 3 ਆਈਟਾ। ਇਹ 0 ਦਾ ਕੋਈ ਮੁੱਲ ਨਹੀਂ, ਇਕੱਲਾ ਕੀ ਰਹਿ ਗਿਆ, 3 ਆਈਟਾ। 0 'ਚ 3 ਆਈਟਾ ਜੋੜਾਂਗੇ, 3 ਆਈਟਾ ਹੀ ਰਹਿ ਜੂਗਾ। ਹੁਣ ਜਦੋਂ ਇਹ 3 ਆਈਟਾ ਹੈ, ਇਹਨੂੰ ਧਿਆਨ ਨਾਲ ਦੇਖੋ, ਇਹ 'ਚ ਰੀਅਲ ਪਾਰਟ ਮਿਸਿੰਗ ਹੈ। ਤਾਂ ਇਸ ਤਰ੍ਹਾਂ ਦੇ ਕੰਪਲੈਕਸ ਨੰਬਰ ਹੁੰਦੇ ਜਿਹੜੇ, ਉਹ ਪਿਓਰਲੀ ਇਮੇਜਨਰੀ ਹੁੰਦੇ ਨੇ। ਠੀਕ ਹੈ। 0, ਹੁਣ 0 ਕਿਹੋ ਜਿਹਾ ਕੰਪਲੈਕਸ ਨੰਬਰ ਹੈ, 0 = 0 + 0 ਆਈਟਾ। ਤਾਂ ਇਹ ਪਿਓਰਲੀ ਰੀਅਲ ਹੈ, ਕਿਉਂਕਿ ਆਈਟਾ ਵਾਲਾ ਪਾਰਟ ਕੀ ਹੈ, 0 ਹੈ। ਹਾਲਾਂਕਿ ਰੀਅਲ ਪਾਰਟ ਵੀ 0 ਹੈ, ਬਟ 0 ਆਪਣੇ ਆਪ 'ਚ ਇੱਕ ਰੀਅਲ ਨੰਬਰ ਹੈ, ਅਤੇ ਰੀਅਲ ਨੰਬਰ ਤਾਂ ਪ੍ਰੈਜੈਂਟ ਹੈ ਹੀ ਹੈ ਨਾ, ਤਾਂ ਇਹ ਪਿਓਰਲੀ ਰੀਅਲ ਹੋਊਗਾ। ਇੰਨੀ ਕੁ ਗੱਲ ਸਮਝ ਆ ਗਈ। ਤਾਂ ਇੱਕ ਕੰਪਲੈਕਸ ਨੰਬਰ ਜਿਹਦੇ ਦੋ ਹਿੱਸੇ ਹੁੰਦੇ ਨੇ, ਇੱਕ ਰੀਅਲ ਪਾਰਟ, ਇੱਕ ਇਮੇਜਨਰੀ ਪਾਰਟ, ਦੋਹਾਂ ਨੂੰ ਜੋੜ ਕੇ ਕੀ ਬਣਦਾ, ਕੰਪਲੈਕਸ ਨੰਬਰ ਪਿਆ। ਜਿੰਨੇ ਵੀ, ਚਾਹੇ ਨੈਚੁਰਲ ਹੈ ਉਹ ਵੀ ਇੱਕ ਕੰਪਲੈਕਸ ਨੰਬਰ ਹੈ, ਚਾਹੇ ਹੋਲ ਹੈ ਉਹ ਵੀ ਇੱਕ ਕੰਪਲੈਕਸ ਨੰਬਰ ਹੈ, ਚਾਹੇ ਇੰਟੀਜ਼ਰ ਹੈ ਉਹ ਵੀ ਇੱਕ ਕੰਪਲੈਕਸ ਨੰਬਰ ਹੈ, ਚਾਹੇ ਰੈਸ਼ਨਲ ਹੈ ਉਹ ਵੀ ਇੱਕ ਕੰਪਲੈਕਸ ਨੰਬਰ ਹੈ। ਜਿੰਨੇ ਵੀ ਰੀਅਲ ਨੰਬਰ ਨੇ, ਕਿਉਂਕਿ ਸਾਰੇ ਰੀਅਲ ਦੇ ਵਿੱਚ ਹੀ ਪਏ ਨੇ, ਉਹ ਕੀ ਨੇ, ਕੰਪਲੈਕਸ ਨੰਬਰਸ ਨੇ। ਤਾਂ ਇਟ ਮੀਨਸ ਇਹਦੇ ਰੀਅਲ ਅਤੇ ਇਮੇਜਨਰੀ ਪਾਰਟ ਅਲੱਗ-ਅਲੱਗ ਕੀਤੇ ਜਾ ਸਕਦੇ ਨੇ। ਜਿਹੜੇ ਇਹਦੇ ਵਿੱਚ ਇਮੇਜਨਰੀ ਪਾਰਟ 0 ਹੋ ਜੇ, ਉਹ ਪਿਓਰਲੀ ਰੀਅਲ, ਅਤੇ ਜਿਹਦੇ ਵਿੱਚ ਰੀਅਲ ਪਾਰਟ 0 ਹੋ ਜੇ, ਉਹ ਪਿਓਰਲੀ ਇਮੇਜਨਰੀ। ਇੱਥੋਂ ਤੱਕ ਤੁਹਾਨੂੰ ਗੱਲ ਸਮਝ ਆ ਗਈ ਹੋਊਗੀ। ਆਪਾਂ ਅੱਗੇ ਚੱਲਦੇ ਹਾਂ। ਜਿਸ ਨੰਬਰ ਦੇ ਵਿੱਚ ਰੀਅਲ ਪਾਰਟ ਵੀ ਹੋਵੇ ਅਤੇ ਇਮੇਜਨਰੀ ਵੀ ਹੋਵੇ, ਜਿਵੇਂ ਦੋਨੇ ਨੋਨ 0 ਹੋਣ, ਜਿਵੇਂ ਆਹ ਸੀਗਾ, ਉਸ ਨੂੰ ਕਹਿੰਦੇ ਆਪਾਂ ਨੋਨ ਰੀਅਲ ਕੰਪਲੈਕਸ ਨੰਬਰ। ਨੋਨ ਰੀਅਲ ਕੰਪਲੈਕਸ ਨੰਬਰ। ਇਸ ਤੋਂ ਬਾਅਦ ਅਗਲੀ ਗੱਲ, ਕਦੇ ਵੀ ਕੋਈ ਰੀਅਲ ਨੰਬਰ ਹੈ
ਉਹ ਇਮੇਜਨਰੀ ਨੰਬਰ ਦੇ ਇਕੁਅਲ ਨਹੀਂ ਹੋ ਸਕਦਾ। ਮਤਲਬ ਕੀ ਹੈ ਵੀ ਮੈਂ ਕਹਿਦਾ ਕਿ a ਇਜ਼ ਇਕੁਅਲ ਟੂ ਆਈਟਾ b, ਜਾਂ ਐਂ ਕਹਿਦਾ ਕਿ 3 ਇਜ਼ ਇਕੁਅਲ ਟੂ 4 ਆਈਟਾ। ਇਹ ਨਹੀਂ ਹੋ ਸਕਦਾ, ਇਹ ਪੋਸੀਬਲ ਹੀ ਨਹੀਂ ਹੈ। ਕਿਉਂ ਨਹੀਂ ਹੈ? ਕਾਹਦੇ ਕਿਸ ਕੇਸ 'ਚ? ਜਦੋਂ a ਵੀ ਨੋਨ ਜ਼ੀਰੋ ਹੋਵੇ ਅਤੇ b ਵੀ ਨੋਨ ਜ਼ੀਰੋ ਹੋਵੇ। ਇੱਕੋ ਹੀ ਕੇਸ 'ਚ ਪੋਸੀਬਲ ਹੈ, ਜਦੋਂ a ਅਤੇ b ਦੋਨੇ ਜ਼ੀਰੋ ਹੋਣ ਉਦੋਂ ਪੋਸੀਬਲ ਹੈ, ਅਦਰਵਾਈਜ਼ ਇਹ ਪੋਸੀਬਲ ਨਹੀਂ ਹੈ। ਆਪਾਂ ਨਾ ਇੱਕ ਵਾਰੀ ਉਲਟ ਮੰਨ ਕੇ ਚੱਲ ਪੈਂਦੇ ਹਾਂ ਵੀ a ਆਈਟਾ b ਦੇ ਇਕੁਅਲ ਹੈਗਾ। ਹੁਣ ਕੀ ਕਰੋ, ਦੋਨਾਂ ਪਾਸੇ ਸਕੇਅਰ ਕਰ ਦਿਓ, ਸਕੇਅਰਿੰਗ ਬੋਥ ਸਾਈਡਸ। ਆਪਾਂ ਮੰਨ ਲਿਆ ਕਿ ਇਕੁਅਲ ਨੇ। ਇਹ ਜਿਵੇਂ ਆਹ 3 ਅਤੇ 4 ਆਈਟਾ ਆਪਾਂ ਇਕੁਅਲ ਮੰਨ ਲਏ, ਮੰਨ ਲਏ ਨਾ। ਹੁਣ ਦੋਨਾਂ ਪਾਸੇ ਸਕੇਅਰ ਕਰਤਾ, a ਸਕੇਅਰ ਇੱਧਰ ਹੋ ਗਿਆ, ਆਈਟਾ ਸਕੇਅਰ ਇੱਧਰ ਹੋ ਗਿਆ, b ਸਕੇਅਰ। a ਸਕੇਅਰ ਆਈਟਾ ਸਕੇਅਰ ਹੁੰਦਾ -1, b ਸਕੇਅਰ a ਸਕੇਅਰ ਮਾਈਨਸ ਦਾ b ਸਕੇਅਰ ਇੱਧਰ ਆ ਕੇ ਕੀ ਹੋ ਗਿਆ, ਪਲੱਸ ਦਾ b ਸਕੇਅਰ ਇਜ਼ ਇਕੁਅਲ ਟੂ 0। ਇੱਧਰ ਨਾਲ ਕਰਦਾ, 3 ਦਾ ਸਕੇਅਰ 9, 4 ਦਾ ਸਕੇਅਰ 16 ਮਾਈਨਸ ਆਈਟਾ ਸਕੇਅਰ ਮਾਈਨਸ 9 ਪਲੱਸ 16 ਕਦੇ 0 ਦੇ ਬਰਾਬਰ ਹੋ ਜਾਣਗੇ? ਨਹੀਂ ਹੋ ਸਕਦੇ, ਕਿਉਂਕਿ ਇੱਧਰ ਆ ਕੇ ਪਲੱਸ ਦਾ ਹੋ ਜੂਏ। 9 ਤੇ ਮਾਈਨਸ 16 ਹੀ ਨਹੀਂ ਬਰਾਬਰ ਹੋ ਸਕਦੇ। ਚਲੋ ਤੁਸੀਂ ਇੱਥੇ ਆ ਜਾਓ, a ਅਤੇ b ਦਾ ਸਕੇਅਰ ਉਦੋਂ ਹੀ 0 ਹੋਊ, ਕਿਉਂਕਿ a ਇੱਕ ਸਕੇਅਰਡ ਕੁਆਂਟਿਟੀ ਹੈ। ਸਕੇਅਰਡ ਕੁਆਂਟਿਟੀ ਕੀ ਹੁੰਦੀ ਹੈ? ਗ੍ਰੇਟਰ ਦੈਨ ਇਕੁਅਲ ਟੂ 0 ਹੁੰਦੀ ਹੈ। ਕੋਈ ਵੀ ਕਿਸੇ ਵੀ ਚੀਜ਼ ਦਾ ਸਕੇਅਰ ਕਰ ਦਿਓ, ਕਦੇ ਵੀ ਨੈਗੇਟਿਵ ਨਹੀਂ ਹੋਊਗਾ, ਜਾਂ 0 ਹੋਊ ਜਾਂ 0 ਤੋਂ ਵੱਡਾ ਹੋਊਗਾ। ਤਾਂ a ਸਕੇਅਰ ਗ੍ਰੇਟਰ ਦੈਨ ਇਕੁਅਲ ਟੂ 0 ਹੋਊ। ਸਿਮਿਲਰਲੀ b ਸਕੇਅਰ ਵੀ ਇੱਕ ਸਕੇਅਰਡ ਕੁਆਂਟਿਟੀ ਹੈ, ਤਾਂ ਇਹ ਗ੍ਰੇਟਰ ਦੈਨ ਇਕੁਅਲ ਟੂ 0 ਹੋਊਗਾ। ਤਾਂ ਇਹਨਾਂ ਦੋਹਾਂ ਦਾ ਜੋੜ 0 ਉਦੋਂ ਹੀ ਬਣ ਸਕਦਾ ਜਦੋਂ a ਵੀ 0 ਹੋਵੇ, b ਵੀ 0 ਹੋਵੇ। ਅਦਰਵਾਈਜ਼ ਇਹ ਜੋੜ 0 ਨਹੀਂ ਬਣ ਸਕਦਾ। ਜੇ ਜੋੜ 0 ਨਹੀਂ ਬਣ ਸਕਦਾ ਤਾਂ ਇਹ ਇਕੁਅਲ ਨਹੀਂ ਹੋ ਸਕਦੇ। ਇੱਕੋ ਹੀ ਕੇਸ 'ਚ ਇਕੁਅਲ ਹੋ ਸਕਦੇ ਆ ਜਦੋਂ a ਵੀ 0 ਹੈ ਅਤੇ b ਵੀ 0 ਹੈ। ਕੁਝ ਐਗਜ਼ਾਮਪਲਸ ਕਰਦੇ ਹਾਂ। ਅਤੇ ਦੋ ਕੰਪਲੈਕਸ ਨੰਬਰ ਇਕੁਅਲ ਕਦੋਂ ਹੋਣਗੇ? ਦੋ ਕੰਪਲੈਕਸ ਨੰਬਰ ਇਕੁਅਲ ਕਦੋਂ ਹੋਣਗੇ? ਦੋ ਕੰਪਲੈਕਸ ਨੰਬਰ ਇਕੁਅਲ ਉਦੋਂ ਹੀ ਹੋਣਗੇ ਜਦੋਂ ਰੀਅਲ ਪਾਰਟ ਦੇ ਇਕੁਅਲ ਆ ਜੇ, ਇਮੇਜਨਰੀ ਪਾਰਟ ਇਮੇਜਨਰੀ ਦੇ ਇਕੁਅਲ ਆ ਜੀ। ਫਾਰ ਐਗਜ਼ਾਮਪਲ ਮੈਂ ਕਹਿੰਦਾ ਵੀ x ਪਲੱਸ ਆਈਟਾ y ਇਜ਼ ਇਕੁਅਲ ਟੂ 3 ਪਲੱਸ ਆਈਟਾ 4। ਇਹ ਦੋਨੇ ਇਕੁਅਲ ਕਦੋਂ ਹੋਣਗੇ? ਜਦੋਂ x ਕਿਹਦੇ ਇਕੁਅਲ ਹੋਊਗਾ? 3 ਦੇ ਇਕੁਅਲ ਹੋਊਗਾ, ਅਤੇ y ਕਿਹਦੇ ਇਕੁਅਲ ਹੋਊਗਾ? 4 ਦੇ ਇਕੁਅਲ ਹੋਊਗਾ। ਤਾਂ ਇਹ ਇਕੁਅਲ ਹੋਣਗੇ, ਨਹੀਂ ਦੋ ਕੰਪਲੈਕਸ ਨੰਬਰ ਕਦੇ ਵੀ ਇਕੁਅਲ ਨਹੀਂ ਹੋਣਗੇ। ਕੁਛ ਕੁ ਐਗਜ਼ਾਮਪਲਸ ਕਰਦੇ ਹਾਂ, ਉਹਦੇ ਬਿਹਾਵ 'ਤੇ ਤੁਹਾਡੀ ਐਕਸਰਸਾਈਜ਼ ਸੋਲਵ ਹੋ ਜਾਣੀ ਹੈ, ਅਤੇ ਆਪਾਂ ਉਦੋਂ ਅਗਲੇ ਇਸ਼ੂਜ਼ ਵੀ ਦੇਖਦੇ ਹਾਂ। ਪਹਿਲੀ ਐਗਜ਼ਾਮਪਲ, ਰਾਈਟ ਦਾ ਫੋਲੋਇੰਗ ਕੰਪਲੈਕਸ ਨੰਬਰ। ਕਿਹੜਾ ਕੰਪਲੈਕਸ ਨੰਬਰ ਹੈ? ਆਹ ਰਾਈਟ ਦਾ ਫੋਲੋਇੰਗ ਐਜ਼ ਕੰਪਲੈਕਸ ਨੰਬਰ। ਜਿਹੜਾ ਦਿੱਤਾ ਹੋਇਆ ਇਹਨੂੰ ਕੰਪਲੈਕਸ ਨੰਬਰ ਦੇ ਤੌਰ 'ਤੇ ਲਿਖੋ। ਕੰਪਲੈਕਸ ਨੰਬਰ ਕਿਹੋ ਜਿਹਾ ਹੁੰਦਾ ਹੈ? x ਪਲੱਸ ਆਈਟਾ y ਵਰਗਾ ਹੁੰਦਾ ਹੈ। ਆਪਾਂ ਨੂੰ ਇਹਦੇ ਵਰਗਾ ਬਣਾਉਣਾ ਹੈ। ਪਹਿਲਾਂ -16 ਦਾ ਸਕੇਅਰ ਰੂਟ 4 ਮਾਈਨਸ ਦਾ ਸਕੇਅਰ ਰੂਟ ਆਈਟਾ, ਆ ਬਣ ਗਿਆ। ਪਰ ਇਹਦੇ ਵਿੱਚ ਆਪਾਂ ਨੂੰ ਰੀਅਲ ਪਾਰਟ ਵੀ ਚਾਹੀਦਾ ਹੈ। ਰੀਅਲ ਪਾਰਟ ਆਪਣਾ ਮਿਸਿੰਗ ਹੈ, ਤਾਂ ਆਪਾਂ ਇਹਨੂੰ ਕਿਵੇਂ ਲਿਖ ਦਾਂਗੇ? 0 ਪਲੱਸ 4 ਆਈਟਾ। ਰੀਅਲ ਪਾਰਟ ਆਪਦੇ ਵੱਲੋਂ ਲਾ ਲਿਆ, ਆਪਾਂ ਕੀ ਲਾ ਲਿਆ? 0। ਤਾਂ ਬਣ ਗਿਆ ਕੰਪਲੈਕਸ ਨੰਬਰ। ਆਪਾਂ x ਕੀ ਹੈ? ਵੇਅਰ x ਇਜ਼ ਇਕੁਅਲ ਟੂ 0 ਐਂਡ y ਇਜ਼ ਇਕੁਅਲ ਟੂ 4। ਇਹਨੂੰ ਆਪਾਂ ਕੰਪਲੈਕਸ ਨੰਬਰ ਬਣਾਉਣਾ ਸੀ, ਬਣਾ ਲਿਆ। ਅਗਲੀ ਐਗਜ਼ਾਮਪਲ ਵੱਲ ਚੱਲਦੇ ਹਾਂ। ਹੁਣ ਇਹਨੂੰ ਕਹਿੰਦੇ ਕੰਪਲੈਕਸ ਨੰਬਰ ਵਾਂਗੂ ਲਿਖੋ। ਕੰਪਲੈਕਸ ਨੰਬਰ ਦਾ ਸਿੱਧਾ ਹਿਸਾਬ ਕਿਤਾਬ ਹੈ, ਇੱਕ ਰੀਅਲ ਪਾਰਟ ਬਣਾਓ, ਇੱਕ ਇਮੇਜਨਰੀ ਪਾਰਟ ਬਣਾਓ। ਰੀਅਲ ਪਾਰਟ ਤਾਂ ਪਹਿਲਾਂ ਹੀ ਬਣਿਆ ਪਿਆ, ਇਮੇਜਨਰੀ ਕੀ ਬਣੂਗਾ? 4 ਦਾ ਸਕੇਅਰ ਰੂਟ 2 ਆ ਗਿਆ। AC ਦਾ ਸਕੇਅਰ ਰੂਟ ਨਹੀਂ ਨਿਕਲਦਾ, ਐਂ ਲਿਖ ਲਿਆ। ਮਾਈਨਸ ਦਾ ਕੀ ਬਣਾ ਲਿਆ ਆਪਾਂ? ਆਈਟਾ ਬਣਾ ਲਿਆ। ਆਈਟਾ ਭਾਵੇਂ ਇੱਥੇ ਲਿਖ ਲਓ, ਭਾਵੇਂ ਇੱਥੇ ਲਿਖ ਲਓ, ਇੱਕੋ ਹੀ ਗੱਲ ਹੈ। ਤਾਂ ਆਹ ਬਣ ਗਿਆ ਤੁਹਾਡਾ। ਇਹਨੂੰ ਐਂ ਲਿਖ ਲਓ, ਚਾਹੇ ਇਹਨੂੰ ਐਂ ਲਿਖ ਲਓ, -b 2 ਆਈਟਾ AC, ਭਾਵੇਂ ਆਈਟਾ ਇੱਦੋਂ ਵੀ ਗਾਂਹ ਲਿਖ ਦਿਓ, ਉਹ ਤੁਹਾਡੀ ਇੱਛਾ ਹੈ। ਤਾਂ ਇਹ ਕੀ ਬਣ ਗਿਆ? ਇੱਕ ਤੁਹਾਡਾ ਕੰਪਲੈਕਸ ਨੰਬਰ ਬਣ ਗਿਆ। ਆਹ ਰੀਅਲ ਪਾਰਟ ਹੈ, ਆਹ ਤੁਹਾਡਾ 2 ਅੰਡੂਟ AC ਕੀ ਹੈ? ਇਮੇਜਨਰੀ ਪਾਰਟ ਹੈ। ਹੁਣ ਇਹਨੂੰ ਲਿਖਣਾ ਕਹਿੰਦੇ ਕੰਪਲੈਕਸ ਨੰਬਰ ਦੇ ਤੌਰ 'ਤੇ -1 ਐਜ਼ ਇਟ ਲਿਖ ਲਓ, ਮਾਈਨਸ ਆਈ ਲਿਖ ਲਓ। ਅੰਡੂਟ 5 ਨਿਕਲਦਾ ਨਹੀਂ, ਉਹ ਵੀ ਐਂ ਲਿਖ ਲਓ। ਜਿਹੜਾ ਅੰਡੂਟ ਦੇ ਵਿੱਚ ਮਾਈਨਸ ਪਿਆ ਉਹਦਾ ਕੀ ਬਣਾ ਲਓ? ਆਈਟਾ ਬਣਾ ਲਓ। ਇਹ 'ਚ x ਕਿੰਨਾ ਹੁਣ? -1 ਹੈ, ਅਤੇ y ਕਿੰਨਾ ਹੈ? ਮਾਈਨਸ ਦਾ ਅੰਡੂਟ 5 ਹੈ।
गल समझ आ गई। अगे कुछ एग्जाम्पल्स होर चलते हैं। हुण कुछ कहते रियल नंबर दिते ने, सॉरी कंपलैक्स नंबर दिते ने, उन्होंने रियल पार्ट तो इमेजनरी पार्ट अलग अलग करो। बहुत ही सिंपल जी गल है। एक आ देता मान लो, एक आ देता मान लो, एक होर दे दो मान लो आह है √5 है, ठीक है। ये भी एक कंपलैक्स नंबर है, इन्हू एज इट लिख लो चाहे +0 आइटा लिख लो। ये रियल पार्ट जिन्होंने आप कहने एक्स, एक इमेजनरी पार्ट। रियल पार्ट कितना 7 है, इमेजनरी पार्ट कितना 3 है। बस एक ही गलती कर जाने ने आप, वो गलती की करते हैं आप 3 के नाल आइटा नाल लिख देंगे। ਇਹਦਾ रियल पार्ट 0 है, ਇਹਦਾ इमेजनरी पार्ट 7 है। ਇਹਦਾ रियल पार्ट √5 है, इमेजनरी पार्ट नहीं ਦਾ 0 है, क्योंकि ਇਹਨੂੰ √5 + 0 आइटा तुसी लिख सकते हो। ਹੁਣ ਉਹ ਬਹੁਤ ਸਿੰਪਲ ਜੀਆਂ ਗੱਲਾਂ ਨੇ, ਮਤਲਬ ਇਹਦੇ ਵਿੱਚ ਕੋਈ ਬਾਹਲਾ ਮੱਥਾ ਕਪਾਈ ਵਾਲੀ ਗੱਲ ਨਹੀਂ ਵੀ a + ਆਈਟਾ b 2 - 3 ਆਈਟਾ ਹੈ। ਤਾਂ ਕਹਿੰਦਾ ਇਹ a ਤੇ b ਦੀ ਵੈਲਿਊਜ਼ ਪਤਾ ਕਰੋ। ਮੈਂ ਹੁਣੀ ਦੱਸਿਆ ਵੀ ਦੋ ਨੰਬਰ ਇਕੁਅਲ ਕਦੋਂ ਹੋਣਗੇ, ਕੰਪਲੈਕਸ ਨੰਬਰ ਜਦੋਂ ਰੀਅਲ ਪਾਰਟ ਰੀਅਲ ਦੇ ਇਕੁਅਲ ਹੋਊਗਾ। ਤਾਂ a ਵਿਲ ਬੀ ਇਕੁਅਲ ਟੂ 2 ਐਂਡ b ਵਿਲ ਬੀ ਇਕੁਅਲ ਟੂ ਆਈਟਾ ਦੇ ਨਾਲ b ਲੱਗਿਆ, ਇੱਥੇ ਆਈਟਾ ਦੇ ਨਾਲ ਕੀ ਲੱਗਿਆ -3 ਲੱਗਿਆ, ਤਾਂ b ਵਿਲ ਬੀ ਇਕੁਅਲ ਟੂ -3। बहुत सिंपल जी गल सीगी। चौथी एग्जाम्पल है कहना फाइंड एक्स एंड वाई, फाइंड एक्स एंड वाई सच दैट 2x + 3 आइटा वाई एंड 2 + 9 आइटा रीप्रजेंट द सेम नंबर। की कहता है एक्स ते वाई पता करो जदों 2x + 3 आइटा वाई ते 2 + 9 आइटा सेम नंबर को रीप्रजेंट करन। एकदम सीधा मतलब ये होंदा है भी ये दोनों इक्वल ने। कौन कौन इक्वल ने? एक तो आ बंदा, एक आ भाई, आ दोनों आपस की ने बराबर ने। ये बराबर ने तो रियल पार्ट कि बराबर, रियल पार्ट के इक्वल होगा। 2x विल बी इक्वल टू 2। तो जो 2x नाल मल्टीप्लाइड है दूजे पासे जाके की हो जाना है डिवाइड हो जाना है। 2 नूं 2 नाल डिवाइड करांगे, x की वैल्यू 1 आ गई, x पता लग गया। हुण y कढ़ना है, बहुत ईजी है। ਇਹਦਾ इमेजनरी पार्ट की है 3y है, ਇਹਦਾ इमेजनरी पार्ट की है 9 है। 3 ਦੀ y नाल मल्टीप्लीकेशन है, दूजे पासे जाके की हो जाना है डिवाइड हो जाना है। तो 9 ਨੂੰ 3 ਨਾਲ डिवाइड करांगे 3, तो x की वैल्यू 1, y की वैल्यू 3, दैट इज़ आवर आंसर। बहुत ही ईजी जी गल सीगी। अगली एग्जाम्पल लैके चलते हैं। फाइंड एक्स एंड वाई वैन दिस + दिस इज इक्वल टू 0। मतलब आ एक कंपलैक्स नंबर है, रियल पार्ट है, आ इमेजनरी पार्ट है क्योंकि आइटा लगे। इनू जो कि 0 ਦੇ ਇੱਕੋ रखांगे, सीधी मतलब ये लेना चाहिए कि 0 + 0 आइटा है जोड़े नहीं दिख रहे आपको, क्योंकि कंपेयर तो ही होगा ना। तो रियल पार्ट रियल कंपेयर कर दो। 2y + 7 इज इक्वल टू 0। 2y प्लस का 7 माइनस हो गया, y 2 मल्टीप्लाई है दूजे पासे जाके की हो गया डिवाइड हो गया। हम इत्थे आ जाओ, ये इमेजनरी पार्ट है, ये इक्वल होगा। 4 - 3x इज इक्वल टू 0। 3x इज इक्वल टू 4, 3x इधर आके प्लस का हो गया, पासे बदल सकते हैं। तकड़ी वाला कम ही है ये। स्केल दे चाहे इधर कद्दू पा लो, इधर वट्टे पा लो, चाहे इधर वट्टे पा लो, इधर कद्दू पा लो, एक ही गल होंदी है। जे अपना 4 इज इक्वल टू 3x लिख लिया, 3x इज इक्वल टू 4 लिख लिया, ये छोटियां जमातां दी गल्लां ने। 3 उधर जाके की हो गया डिवाइड हो गया, तो 4/3। तो x की y की वैल्यू कढ़नी सी, वो आपां कढ़ ली। ਇਹਦੇ ਨਾਲ ਤੁਹਾਡੀ ਪਹਿਲੀ ਐਕਸਰਸਾਈਜ਼ ਹੋ ਜਾਊਗੀ। ਮੈਂ ਇੱਥੇ ਹੀ ਨਹੀਂ ਰੁਕਣਾ, ਮੈਂ ਇਸ ਵੀਡੀਓ ਨੂੰ ਥੋੜਾ ਅੱਗੇ ਲੈ ਕੇ ਜਾਣਾ ਹੈ। ਉਹ ਕਿਵੇਂ ਲੈ ਕੇ ਜਾਣੇ ਆਪਾਂ ਗੱਲ ਕਰਦੇ ਹਾਂ। ਅੱਗੇ ਪੜ੍ਹਦੇ ਹਾਂ ਆਪਾਂ, ਬਹੁਤ ਹੀ ਇੰਪੋਰਟੈਂਟ ਹੈ, ਜਿਓਮੈਟਰੀਕਲ रिप्रेजेंटेशन ऑफ अ कंपलैक्स नंबर। किसी कंपलैक्स नंबर की जियोमैट्रिकल रिप्रेजेंटेशन किहो जी होगी।
ਜਿਮੈਟਰੀਕਲ ਵੈਸੇ ਤੁਸੀਂ ਨਾ ਕੋਆਰਡੀਨੇਟ ਜਿਮੈਟਰੀ 10th ਕਲਾਸ ਦੇ ਵਿੱਚ ਪੜ੍ਹੀ ਹੋਊ ਕਿ ਆਪਾਂ ਦੋ ਐਕਸਿਸ ਲੈਣੇ ਹੁੰਦੇ ਆ, ਇੱਕ ਐਕਸ ਐਕਸਿਸ ਲੈਣੇ ਹੁੰਦੇ ਆ, ਇੱਕ ਵਾਈ ਐਕਸਿਸ ਲੈ ਲੈਂਦੇ ਆ। ਐਕਸ ਐਕਸਿਸ ਨੂੰ ਆਪਾਂ ਅਬਸੀਸਾ ਵੀ ਕਹਿ ਦਿੰਦੇ ਆ, ਵਾਈ ਐਕਸਿਸ ਨੂੰ ਆਪਾਂ ਆਰਡੀਨੇਟ ਵੀ ਕਹਿੰਦੇ ਆ। ਆਹ ਪੁਆਇੰਟ ਲੈ ਲਿਆ ਆਪਾਂ 0। ਹੁਣ ਜਦੋਂ ਇਹ ਕੰਪਲੈਕਸ ਨੰਬਰ ਨੂੰ ਰੀਪ੍ਰਜੈਂਟ ਕਰਨਾ ਤਾਂ ਆਪਣਾ ਕੰਪਲੈਕਸ ਨੰਬਰ ਇਹੋ ਜਿਹਾ ਹੁੰਦਾ ਹੈ। ਤਾਂ ਹੁਣ ਕੀ ਕਰਿਆ ਕਰਾਂਗੇ, ਜਿਹੜਾ ਐਕਸ ਪਾਰਟ ਹੈ ਆਪਾਂ ਐਕਸ ਐਕਸਿਸ 'ਤੇ ਸ਼ੋਅ ਕਰਿਆ ਕਰਾਂਗੇ, ਜਿਹੜਾ ਵਾਈ ਪਾਰਟ ਹੈ ਆਪਾਂ ਉਹ ਵਾਈ ਐਕਸਿਸ 'ਤੇ ਸ਼ੋਅ ਕਰਿਆ ਕਰਾਂਗੇ। ਤਾਂ ਜਿਵੇਂ ਐਕਸ ਮੰਨ ਲਓ 3 ਹੈ, ਆਹ 4 ਹੈ, ਮੰਨ ਲਓ ਇਹਦਾ ਮਤਲਬ ਇਹ ਹੈ ਵੀ ਇੱਧਰ ਐਕਸ 'ਤੇ ਕੀ ਲੈ ਲਾਂਗੇ ਆਪਾਂ 3 ਲੈ ਲਾਂਗੇ, ਵਾਈ 'ਤੇ ਕੀ ਲੈ ਲਾਂਗੇ 4 ਲੈ ਲਾਂਗੇ। ਮੰਨ ਲਓ ਇੱਥੇ ਜਾ ਕੇ ਕੀ ਬਣ ਗਿਆ ਆਪਣਾ ਐਕਸ ਬਣ ਗਿਆ, ਐਕਸ ਬਣ ਗਿਆ। ਹੁਣ ਇਮੇਜਨਰੀ ਇਸ 'ਤੇ ਆਪਾਂ ਰੀਅਲ ਪਾਰਟ ਲੈਣਾ, ਵਾਈ ਐਕਸਿਸ 'ਤੇ ਲੈਣਾ ਆਪਾਂ ਇਮੇਜਨਰੀ ਪਾਰਟ। ਇਮੇਜਨਰੀ ਪਾਰਟ ਮੰਨ ਲਓ 4 ਹੈ ਜਾਂ ਵਾਈ ਹੈ, 1 2 3 4 ਐਂ ਕਰਕੇ ਜਿੱਥੇ ਜਾ ਕੇ ਵੀ ਬਣ ਗਿਆ, ਉਹਦੀ ਸੇਧ 'ਚ ਆਪਾਂ ਐਕਸ ਨੂੰ ਉੱਤੇ ਲੈ ਜਾਵਾਂਗੇ, ਇੱਥੇ ਬਣ ਗਿਆ। ਤਾਂ ਬੇਸਿਕਲੀ ਕੀ ਹੋ ਜਾਊਗਾ, ਆਹ ਤਾਂ ਆਪਣਾ ਆਹ ਹਾਈਟ ਹੈ ਕਿੰਨੀ, ਕਿਹਦੇ ਬਰਾਬਰ ਹੈ ਇਹ, ਵਾਈ ਦੇ ਬਰਾਬਰ ਹੈ। ਜੇ 4 ਹੈ ਤਾਂ 4 ਹੈ ਵਾਈ, ਜੇ ਵਾਈ 5 ਹੈ ਤਾਂ 5 ਹੋ ਜੂ। ਇੱਧਰ ਲੱਗ ਗਈ ਆਪਣਾ ਐਕਸ। ਐਕਚੁਅਲ ਡਿਸਟੈਂਸ ਕਿੰਨਾ ਕੀਤਾ ਕਵਰ ਆਪਾਂ, ਇਹਨੂੰ ਮੰਨ ਲਈਏ ਪੀ, ਆਹ ਮੰਨ ਲਓ ਐਮ। ਐਕਚੁਅਲ ਡਿਸਟੈਂਸ ਆਪਣਾ ਕਵਰ ਕੀਤਾ ਓ ਪੀ, ਇਹਨੂੰ ਆਪਾਂ ਕਹਿੰਦੇ ਵੀ ਇਹ ਆਰ ਹੈ। ਹੁਣ ਆਰ ਕੀ ਹੈ, ਐਕਸ ਕੀ ਹੈ, ਵਾਈ ਕੀ ਹੈ, ਇਹਦੇ ਬਾਰੇ ਆਪਾਂ ਪਹਿਲਾਂ ਬਾਅਦ 'ਚ ਕਰਾਂਗੇ। ਮੰਨ ਲਓ ਕਿਸੇ ਨੰਬਰ ਦੇ ਵਿੱਚ ਇਮੇਜਨਰੀ ਪਾਰਟ ਨਾ ਹੋਵੇ, ਮੰਨ ਲਓ ਐਕਸ ਪਲੱਸ 0 ਆਈਟਾ ਹੋਵੇ, ਤਾਂ ਇਹ ਕਿਵੇਂ ਰਿਪਰੈਜ਼ੈਂਟ ਹੋਊਗਾ, ਇੱਥੇ ਖਤਮ ਹੋ ਜੂ ਨਾ ਕੰਮ, ਐਕਸ 'ਤੇ 0 ਕੋਈ ਪੁਆਇੰਟ ਹੋ ਜੂ, ਇੱਥੇ ਕੰਪਲੈਕਸ ਨੰਬਰ ਖਤਮ ਹੋ ਜੂਗਾ, ਕਿਉਂਕਿ ਉੱਤੇ ਤਾਂ ਜਾਣ ਹੀ ਨਹੀਂ ਗਿਆ, ਇਮੇਜਨਰੀ ਪਾਰਟ ਤਾਂ ਹੈ ਹੀ ਨਹੀਂਗਾ। ਇਸ ਕਰਕੇ ਜਿਹੜੀ ਆਹ ਐਕਸਿਸ ਹੈ ਇਹਨੂੰ ਆਪਾਂ ਰੀਅਲ ਐਕਸਿਸ ਕਹਿ ਦਿੰਦੇ ਹਾਂ। ਕਿਉਂ, ਇਹ 'ਤੇ ਇਕੱਲਾ ਰੀਅਲ ਨੰਬਰ ਆਉਂਦਾ। ਜਦੋਂ ਕਿਸੇ ਵਿੱਚ ਰੀਅਲ ਪਾਰਟ 0 ਹੋ ਜੇ, ਇਕੱਲਾ ਇਮੇਜਨਰੀ ਪਾਰਟ ਰਹਿ ਜੇ, ਜਦੋਂ ਕਿਸੇ ਕੰਪਲੈਕਸ ਨੰਬਰ ਦੇ ਵਿੱਚ ਰੀਅਲ ਪਾਰਟ 0 ਹੋ ਗਿਆ, ਇਕੱਲਾ ਇਮੇਜਨਰੀ ਪਾਰਟ ਰਹਿ ਗਿਆ, ਤਾਂ ਆਪਾਂ ਕਿੱਥੇ ਜਾਵਾਂਗੇ, ਤਾਂ ਇੱਥੇ ਜਾ ਜੂ 0 ਵਾਈ, ਕਿਉਂਕਿ ਐਕਸ ਤਾਂ 0 ਹੈ, ਆਹ ਵਾਈ ਹੈ। ਤਾਂ ਇਸ ਐਕਸਿਸ ਨੂੰ, ਵਾਈ ਐਕਸਿਸ ਨੂੰ ਆਪਾਂ ਕਹਿੰਦੇ ਹਾਂ ਇਮੇਜਨਰੀ ਐਕਸਿਸ। ਠੀਕ ਹੈ ਜੀ। ਹੁਣ ਮੈਂ ਗੱਲ ਕਰਾਂ ਕਿ ਇਹਨੂੰ ਆਪਾਂ ਆਰ ਮੰਨ ਲਿਆ, ਮੰਨ ਲਓ ਇਹ ਐਂਗਲ ਕੀ ਬਣਾ ਰਿਹਾ, ਥੀਟਾ ਬਣਾ ਰਿਹਾ। ਟ੍ਰਿਗਨੋਮੈਟਰੀ ਵਿੱਚ ਪੜ੍ਹਿਆ, ਆਹ ਤੁਹਾਡਾ ਪਰਪੈਂਡੀਕੂਲਰ ਹੋ ਗਿਆ, ਸਾਹਮਣੇ ਵਾਲੀ ਭੁਜ ਆਪੋਜ਼ਿਟ ਸਾਈਡ, ਆਹ ਤੁਹਾਡੀ ਐਡਜਸਟੈਂਟ ਸਾਈਡ ਹੋ ਗਈ ਯਾਨੀ ਬੇਸ ਹੋ ਗਿਆ, ਆਹ ਹਾਈਪਾਰਟਨੈਂਸ ਹੋ ਗਿਆ। ਐਕਸ ਬਟਾ ਆਰ ਬੇਸ ਅਪॉन ਹਾਈਪਾਰਟਨੈਂਸ ਕੀ ਹੋ ਜੂ, cos ਥੀਟਾ ਹੋ ਜੂਗਾ। ਤਾਂ ਐਕਸ ਕੀ ਆ ਗਿਆ, ਆਰ ਇਧਰ ਆ ਕੇ ਗੁਣਾ ਹੋ ਗਿਆ, ਆਰ cos ਥੀਟਾ। ਵਾਈ ਬਟਾ ਆਰ ਕੀ ਹੋ ਜੂ, ਸਾइन थीटा हो जाऊगा। बहुत सिंपल जी गल है, परपेंडिकुलर अपॉन हाइपार्टन्यूज। तो वाई की आ गया आर साइन थीटा। तो कंपलैक्स नंबर की बन गया अपना एक्स प्लस आइटा वाई। इनू आप Z लिख लें, कंपलैक्स नंबर का नाम अक्सर ही Z नाल लिख लें, एको नाम देना हो तो Z कह लें। एक्स प्लस आइटा वाई इज इक्वल टू आर कॉस थीटा प्लस आइटा आर साइन थीटा। यदि किसी कंपलैक्स नंबर की यह जिमैट्रिकल रिप्रजेंटेशन यहो जी होंगी है, आर कॉस थीटा आइटा आर साइन थीटा। हुण जे आपां Z का कर दिए, ये बन गया Z, यानी कि ओ पी Z, आ Z बन गया ओ पी है जिहड़ा, इहनूं आपां Z कह लैंदे आ। की बन गया एक्स प्लस, क्योंकि बेसिकली कंपलैक्स नंबर तो यही है, ये दो हिस्से हो गए, एक रियल एक इमेजनरी। Z की बन गया आर कॉस थीटा प्लस आइटा आर साइन थीटा। ਹੁਣ ਇੱਥੇ ਦੇਖੋ, ਇਹਨੂੰ 1 नंबर मान लो, ਇਹਨੂੰ 2 नंबर मान लो। 1 ਤੇ 2 ਦਾ ਸਕੇਅਰ ਕਰੋ, x ਦਾ ਸਕੇਅਰ ਕਰੋ ਤੇ y ਦਾ ਸਕੇਅਰ ਕਰੋ, ਦੋਹਾਂ ਨੂੰ ਜੋੜ ਦਿਓ, ਯਾਨੀ 1 ਦਾ ਸਕੇਅਰ ਕਰਕੇ ਤੇ 2 ਦਾ ਸਕੇਅਰ ਕਰਕੇ ਜੋੜ ਦਿਓ। ਦੂਜੇ ਪਾਸੇ ਹੋ ਜੂ ਆਰ ਸਕੇਅਰ ਕੌਸ ਸਕੇਅਰ ਥੀਟਾ ਪਲਸ ਆਰ ਸਕੇਅਰ ਸਾਈਨ ਸਕੇਅਰ ਥੀਟਾ। ਆਰ ਸਕੇਅਰ ਵਿੱਚ ਸਾਂਝਾ ਕੱਢ ਲਓ, ਵਿੱਚ ਕੀ ਰਹਿ ਗਿਆ ਕੌਸ ਸਕੇਅਰ ਥੀਟਾ ਤੇ ਸਾइन स्क्वायर थीटा। कॉस स्क्वायर थीटा प्लस साइन स्क्वायर थीटा, यानी साइन स्क्वायर थीटा प्लस कॉस स्क्वायर थीटा कितना होंदा 1 होंदा। तो एक्स स्क्वायर प्लस वाई स्क्वायर इज इक्वल टू आर स्क्वायर। फिर आर की सीगा तुहानूं दस्सिया होया, जिहड़ा Z है वही आर एक्चुअली। एक्स स्क्वायर प्लस वाई स्क्वायर इज इक्वल टू आर स्क्वायर। इट मीनस ये की आ गया ओ पी इज इक्वल टू आर, ओ पी इज इक्वल टू आर।
ਜਿਹੜਾ ਇਹ z, ਇਹਨੂੰ z ਦਾ ਮੋਡ ਵੀ ਕਹਿ ਦਿੰਦੇ ਆਪਾਂ। r ਕੀ ਹੈ? z ਦਾ ਮੋਡੂਲਸ। r ਕੇ ਮੋਡੂਲਸ ਕਿਉਂ ਲਿਖਿਆ? ਕਿਉਂਕਿ ਲੈਂਥ ਪੋਜ਼ਿਟਿਵ ਹੁੰਦੀ ਹੈ। z ਦਾ ਮੋਡੂਲਸ ਕੀ ਹੈ ਆਪਣੇ ਕੋਲੋਂ? r ਹੈ। ਮੈਂ ਦੁਬਾਰਾ ਦੇਣਾ, ਆਹ ਲੈਂਥ r ਹੈ, ਇਹਨੂੰ z ਦਾ ਮੋਡੂਲਸ ਵੀ ਕਹਿ ਦਿੰਦੇ ਆ। ਇਹ ਕੱਢਣ ਲਈ ਆਪਾਂ ਨੂੰ ਕਰਨਾ ਕੀ ਪੈਂਦਾ? ਇਹ ਕੱਢਣ ਲਈ ਕਰਨਾ ਕੀ ਪੈਂਦਾ? ਰੀਅਲ ਪਾਰਟ ਦਾ ਸਕੇਅਰ ਪਲੱਸ ਇਮੇਜਨਰੀ ਪਾਰਟ ਦਾ ਸਕੇਅਰ। ਇਹ ਕਿੱਥੋਂ ਪਤਾ ਲੱਗਿਆ? ਆਪਾਂ ਦੋਨਾਂ ਸਕੇਅਰ ਕਰਕੇ ਜੋੜ ਕੇ ਦੇਖਿਆ, ਥੀਟੇ ਵਿੱਚੋਂ ਐਲੀਮੀਨੇਟ ਹੋ ਕੇ ਇਕੱਲਾ r ਸਕੇਅਰ ਰਹਿ ਗਿਆ। ਤਾਂ ਇਹਦੇ ਵਿੱਚੋਂ r ਕੀ ਆ ਗਿਆ? ਅੰਡੂਟ x ਸਕੇਅਰ ਪਲੱਸ y ਸਕੇਅਰ। ਮੈਂ ਇੰਨੀ ਗੱਲ ਕਿਉਂ ਸਮਝਾਈ? ਇਹ r ਕੱਢਣ ਲਈ। r ਕੀ ਹੁੰਦਾ ਹੈ? ਮੋਡੂਲਸ। r ਕੀ ਹੁੰਦਾ ਹੈ? ਮੋਡੂਲਸ। ਤਾਂ ਜਦੋਂ ਕਿਸੇ ਕੰਪਲੈਕਸ ਨੰਬਰ ਦਾ, ਜਦੋਂ ਕੋਈ ਕੰਪਲੈਕਸ ਨੰਬਰ z ਹੈਗਾ x ਪਲੱਸ ਆਈਟਾ y ਹੈ, ਉਹਦਾ ਆਪਾਂ ਮੋਡੂਲਸ ਕੱਢਣਾ, ਬਸ ਇੰਨੀ ਕੀ ਗੱਲ ਦੱਸਣੀ ਹੈ। ਤਾਂ ਉਹ ਕੀ ਹੋਊਗਾ? ਅੰਡਰੂਟ x ਸਕੇਅਰ ਜਾਂ ਰੀਅਲ ਪਾਰਟ ਦਾ ਸਕੇਅਰ ਪਲੱਸ y ਸਕੇਅਰ ਜਾਨੀ ਇਮੇਜਰੀ ਪਾਰਟ ਦਾ ਸਕੇਅਰ। ਦੋਹਾਂ ਦਾ ਸਕੇਅਰ ਜੋੜ ਦਿਓ ਅਤੇ ਲੈ ਲਓ ਸਕੇਅਰ ਰੂਟ। ਤਾਂ ਉਹਦਾ ਕੀ ਬਣ ਜਾਂਦਾ? ਮੋਡੂਲਸ ਬਣ ਜਾਂਦਾ ਹੈ। ਦੂਜੀ ਗੱਲ ਹੁੰਦੀ ਹੈ, ਜਿਵੇਂ ਆਪਾਂ ਹੁਣ ਪੜ੍ਹਿਆ ਸੀਗਾ ਕਿ x ਸੀਗਾ r cos ਥੀਟਾ, y ਸੀਗਾ r sin ਥੀਟਾ। ਜਦੋਂ ਆਪਾਂ ਸਕੇਅਰ ਕਰਕੇ ਜੋੜਿਆ ਸੀ ਉਹ ਤਾਂ ਥੀਟਾ ਐਲੀਮੀਨੇਟ ਹੋ ਗਿਆ ਸੀ। ਜੇ ਹੁਣ ਆਪਾਂ ਡਿਵਾਈਡ ਕਰ ਦਈਏ ਕਿਹਨੂੰ? y ਨੂੰ x ਨਾਲ, y ਨੂੰ x ਦੇ ਨਾਲ ਡਿਵਾਈਡ ਕਰ ਦਈਏ, ਉੱਤੇ ਆ ਜੂ r sin ਥੀਟਾ, ਥੱਲੇ ਆ ਜੂ r cos ਥੀਟਾ। ਤਾਂ r ਨਾਲ r ਕੱਟਿਆ ਗਿਆ, ਹੁਣ ਕੀ ਐਲੀਮੀਨੇਟ ਹੋ ਗਿਆ? r ਐਲੀਮੀਨੇਟ ਹੋ ਗਿਆ। y ਬਾਈ x ਇਜ਼ ਇਕੁਅਲ ਟੂ tan ਥੀਟਾ। ਤਾਂ ਥੀਟਾ ਕੀ ਹੋ ਗਿਆ? tan ਉੱਧਰ ਜਾ ਕੇ ਹੋ ਗਿਆ tan ਇਨਵਰਸ y ਬਾਈ x। tan ਥੀਟਾ ਇਜ਼ ਇਕੁਅਲ ਟੂ tan ਇਨਵਰਸ y ਬਾਈ x। ਜਿਹੜਾ ਆਹ ਥੀਟਾ ਹੈ, ਜਿਹੜੀ ਆਹ ਚੀਜ਼ ਹੈ ਆਪਾਂ ਕੰਪਲੈਕਸ ਨੰਬਰ ਦੇ ਵਿੱਚ ਪੜ੍ਹੀ ਸੀ, ਆਹ ਥੀਟਾ ਹੈ, ਇਹਨੂੰ ਕਹਿੰਦੇ ਆਪਾਂ ਐਂਪਲੀਟਿਊਡ ਜਾਂ ਆਰਗੂਮੈਂਟ। ਐਂਪਲੀਟਿਊਡ ਔਰ ਆਰਗੂਮੈਂਟ ਆਫ z ਕੀ ਇੱਕ ਕੰਪਲੈਕਸ ਨੰਬਰ ਹੈ। ਤਾਂ ਐਂਪਲੀਟਿਊਡ ਕਿਵੇਂ ਨਿਕਲੂ? ਐਂਪਲੀਟਿਊਡ ਆਫ z ਜੇ ਮੈਂ ਕਹਿੰਦਾ ਇਹ ਕਿਵੇਂ ਨਿਕਲੂ? tan ਇਨਵਰਸ, ਹੁਣੇ ਦੱਸਿਆ, y ਬਟਾ x। y ਕੀ ਹੈ? ਇਮੇਜਨਰੀ ਨੰਬਰ, x ਕੀ ਹੈ? ਰੀਅਲ ਨੰਬਰ। ਇਹ ਐਂਪਲੀਟਿਊਡ ਨਿਕਲ ਜਾਂਦਾ ਹੈ। ਇਹ ਅਗਲੀ ਗੱਲ ਹੈ। ਵੈਸੇ ਹੁਣ ਦੋ ਗੱਲਾਂ ਦੱਸੀਆਂ ਨੇ ਵਿੱਚ, ਇੱਕ ਤਾਂ ਜਿਮੈਟ੍ਰੀਕਲ ਰਿਪਰੈਜ਼ੈਂਟੇਸ਼ਨ ਦੱਸਤੀ ਮੈਂ ਕਿਵੇਂ ਕਰਨੀ ਹੈ, ਜਿਵੇਂ ਰੀਅਲ ਪਾਰਟ ਕਿੱਧਰ ਲੈਣਾ, ਇਮੇਜਨਰੀ ਪਾਰਟ ਕਿਵੇਂ ਲੈਣਾ, ਆਰ ਕਿਵੇਂ ਕੱਢਣਾ, ਥੀਟਾ ਕਿਵੇਂ ਕੱਢਣਾ, ਇਹ ਸਾਰੀਆਂ ਗੱਲਾਂ ਦੱਸਤੀਆਂ। ਆਰ ਕੀ ਹੁੰਦਾ? ਮੈਗਨੀਟਿਊਡ ਹੁੰਦਾ। ਥੀਟਾ ਕੀ ਹੁੰਦਾ? ਐਂਪਲੀਟਿਊਡ ਹੁੰਦਾ ਜਾਂ ਆਰਗੂਮੈਂਟ ਹੁੰਦਾ। ਇਹ ਸਾਰੀਆਂ ਗੱਲਾਂ ਮੈਂ ਦੱਸਤੀਆਂ। ਪਰ ਬੇਸਿਕਲੀ ਇਸ ਐਕਸਰਸਾਈਜ਼ ਦਾ ਕੁਐਸਚਨ ਆਪਾਂ ਅਗਲੀ ਵੀਡੀਓ ਦੇ ਵਿੱਚ ਸੋਲਵ ਕਰਾਂਗੇ। ਅਗਲੀ ਐਕਸਰਸਾਈਜ਼ ਦੀ ਮੈਂ ਨਿਉ ਧਰਤੀ ਯਾਨੀ ਮੁੱਢ ਰੱਖਤਾ, ਅਤੇ ਇਸ ਤੋਂ ਅਗਲੀ ਵੀਡੀਓ 'ਚ ਦੋ ਐਕਸਰਸਾਈਜ਼ ਆਪਾਂ ਹੋਰ ਕਰ ਦਿਆਂਗੇ। ਲਗਭਗ ਇਹ ਐਕਸਰਸਾਈਜ਼ ਜਿਹੜੀ ਇਹ ਵੀ ਤੁਸੀਂ ਆਪ ਟਰਾਈ ਕਰ ਸਕਦੇ ਹੋ, ਜਿਹੜੀ ਐਂਪਲੀਟਿਊਡ ਵਾਲੀ ਅਤੇ ਆਰਗੂਮੈਂਟ ਵਾਲੀ ਜਾਂ ਆਪਾਂ ਮੋਡੂਲਸ ਵਾਲੀ ਜਾਂ ਜਿਮੈਟ੍ਰੀਕਲ ਰਿਪਰੈਜ਼ੈਂਟੇਸ਼ਨ ਵਾਲੀ ਕੁਛ ਕੁਐਸਚਨ ਤੁਸੀਂ ਹਾਲੇ ਵੀ ਆਪ ਕਰ ਸਕਦੇ ਹੋ। ਪਰ ਜਲਦੀ ਨਹੀਂ ਕਰਨੀ, ਮੈਂ ਬਹੁਤ ਹੀ ਕਨਸੈਪਚੁਅਲ ਗੱਲਾਂ ਅਗਲੀ ਵੀਡੀਓ ਦੇ ਵਿੱਚ ਦੱਸੀਆਂ ਨੇ। ਉਮੀਦ ਕਰਦਾ ਕਿ ਅੱਜ ਦਾ ਕਰਾਇਆ ਕੰਮ ਤੁਹਾਨੂੰ ਸਮਝ ਆਇਆ ਹੋਊਗਾ। ਜਲਦੀ ਦੁਬਾਰਾ ਮਿਲਦੇ ਹਾਂ ਨੈਕਸਟ ਵੀਡੀਓ ਨਾਲ। ਧੰਨਵਾਦ।